ਸ਼੍ਰੀ ਅਕਾਲ ਜੀ। ਕਾਮਯਾਬੀ ਦੀ ਬੇਫਿਕਰ ਉਡਾਰੀ ਦੇ ਅੱਜ ਦੇ ਤੀਸਰੇ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਾ ਸਾਨੀ ਔਰ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਕੁਝ ਅਜਿਹੇ ਵਿਦਿਆਰਥੀਆਂ ਦੇ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ। ਔਰ ਅੱਜ ਸਾਡੇ ਨਾਲ ਸਾਰੇ ਕੁਝ ਐਕਸਪਰਟਸ ਮੌਜੂਦ ਨੇ ਸਟੂਡੀਓ ਵਿੱਚ ਜੋ ਅੱਜ ਉਸ ਸਟੂਡੈਂਟਸ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ। ਕੀ ਕੁਝ ਉਹਨਾਂ ਦੇ ਮਨ ਦੇ ਵਿੱਚ ਸ਼ੰਕੇ ਨੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਸੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਖਾਸ ਮਹਿਮਾਨਾਂ ਦਾ। ਸਾਡੇ ਨਾਲ ਮੌਜੂਦ ਨੇ ਕੈਰੀਅਰ ਕਾਉਂਸਲਰ ਮੇਘਾ ਕਪੂਰ, ਵੈਲਕਮ ਟੂ ਦ ਸ਼ੋ। ਔਰ ਸਾਡੇ ਨਾਲ ਪੀਟੀ ਐਕਸਪਰਟ ਨੇ ਪ੍ਰਭੁਲ ਰਵਿੰਦਰਨ। ਸੋ ਪ੍ਰਭੁਲ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੇ, ਕੁਝ ਆਪਣੇ ਬਾਰੇ ਦੱਸੋ। Thank you so much for the invitation. I'm Prabhul Ravindran. I am the Director for English Language Learning for Pearson India and I oversee PT for India. So Megha, ਤੁਸੀਂ ਆਪਣੇ ਬਾਰੇ ਕੁਝ ਸਾਡੇ ਵਿਊਜ਼ ਦੱਸੋ। Well, thank you so much for inviting Radha ji. My name is Megha Kapoor and I am the career advisor from SI UK. I basically assist the students regarding the forex accommodation and test prep services into the study abroad journey. Okay. ਸੋ ਮੇਗਾ, ਬਹੁਤ ਸਾਰੇ ਸਟੂਡੈਂਟਸ ਹਰ ਸਾਲ ਅਪਲਾਈ ਕਰਦੇ ਨੇ ਫॉर ਵੀਜ਼ਾ, ਪ੍ਰੋਫੈਸ਼ਨਲਸ ਵੀ ਅਪਲਾਈ ਕਰਦੇ ਨੇ। ਕੀ ਉਹਨਾਂ ਦੇ ਕਾਮਨ ਕੰਸਰਨਸ ਰਹਿੰਦੇ ਨੇ, ਕੁਐਸਚਨਸ ਰਹਿੰਦੇ ਨੇ ਜਦੋਂ ਵੀਜ਼ਾ ਲਈ ਅਪਲਾਈ ਕਰਦੇ ਨੇ? ਓਕੇ, ਜਿੱਥੇ ਤੱਕ ਸਵਾਲ ਹੈ ਕਿ ਅਸੀਂ ਅਪਲਾਈ ਜਦੋਂ ਵੀ ਕਰਾਂਗੇ ਕਿਸੇ ਵੀ ਯੂਨੀਵਰਸਿਟੀ ਵਾਸਤੇ, ਕਿਸੇ ਵੀ ਸਟੂਡੈਂਟ ਦੇ ਮੇਨ ਕੁਐਸਚਨ ਜੋ ਜ਼ਿਆਦਾ ਰਹਿੰਦੇ ਨੇ ਇਟਸ ਰਿਗਾਰਡਿੰਗ ਦੀ ਐਪਲੀਕੇਸ਼ਨ ਪਾਰਟ। ਕਿ ਜਦੋਂ ਮੈਂ ਕਿਸੇ ਵੀ ਯੂਨੀਵਰਸਿਟੀ ਵਾਸਤੇ ਅਪਲਾਈ ਕਰ ਰਿਹਾ ਜਾਂ ਕਰ ਰਹੀ ਹਾਂ, ਮੇਰਾ ਮੇਨ ਕੁਐਸਚਨ ਇਹ ਰਹੇਗਾ ਕਿ ਕੀ ਐਂਟਰੀ ਰਿਕੁਆਇਰਮੈਂਟਸ ਰਹਿਣਗੇ, ਕਿ ਮੈਂ ਪਰਟੀਕੂਲਰ ਯੂਨੀਵਰਸਿਟੀ ਵਾਸਤੇ ਐਕਸੈਪਟ ਕਰ ਪਾਵਾਂਗੀ ਜਾਂ ਨਹੀਂ, ਮੇਰੇ ਕੀ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਹੋਣਗੇ। ਥੀਸ ਆਰ ਦ ਮੇਜਰ ਕੰਸਰਨਸ ਜੋ ਹਰ ਸਟੂਡੈਂਟ ਪੁੱਛਦਾ ਹੈ ਕਿ ਜੇ ਮੈਂ 2 ਕਾਲਜਿਸ 'ਚ ਵੀ ਅਪਲਾਈ ਕਰੇ ਕਿ ਮੇਰੀ ਪ੍ਰੋਫਾਈਲ ਉੱਥੇ ਐਕਸੈਪਟਡ ਵੀ ਹੈ ਜਾਂ ਨਹੀਂ। ਬਿਲਕੁਲ। ਸੋ ਮੇਗਾ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਅਪਲਾਈ ਕਰਦੇ ਨੇ, ਇਸ ਕਿਆ ਉਹਨਾਂ ਦੀ ਕੋਈ ਫੇਵਰਿਟ ਡੈਸਟੀਨੇਸ਼ਨਸ ਵੀ ਨੇ ਜਾਂ ਜਦੋਂ ਕਾਲਜਿਸ ਵਿੱਚ ਅਪਲਾਈ ਕਰਨਾ ਹੈ ਕੀ ਕੁਝ ਉਹਨਾਂ ਨੂੰ ਦਿਮਾਗ 'ਚ ਰੱਖਣਾ ਚਾਹੀਦਾ ਹੈ ਬਿਫੋਰ ਅਪਲਾਈਂਗ ਫॉर ਵੀਜ਼ਾ? ਜਿੱਥੇ ਤੱਕ ਗੱਲ ਕਰਾਂਗੇ ਫੇਵਰੇਟ ਡੈਸਟੀਨੇਸ਼ਨ ਦੀ, ਜੀ ਪੰਜਾਬੀਆਂ ਦੀ ਤਾਂ ਫੇਵਰੇਟ ਡੈਸਟੀਨੇਸ਼ਨ ਹੀ ਕੈਨੇਡਾ ਹੈ। ਉਸ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਡੈਸਟੀਨੇਸ਼ਨ ਨੂੰ ਦਿੱਤੀ ਜਾਂਦੀ ਹੈ ਤੇ ਉਹ ਹੈ ਯੂਨਾਈਟਿਡ ਕਿੰਗਡਮਸ UK ਜੀ। ਬਟ ਅਪਾਰਟ from these two destinations as well, Europe, Australia, New Zealand, these are also the favorite one. ਓਕੇ, ਸੋ ਕੀ ਕੁਝ ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਜਦੋਂ ਅਪਲਾਈ ਕਰਦੇ ਨੇ? ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਪ੍ਰੈਸ਼ਰ ਦੇ ਵਿੱਚ ਜਾਂ ਉਹ ਡਿਸਾਈਡ ਵੀ ਨਹੀਂ ਕਰ ਪਾਉਂਦੇ ਕਿ ਕਿਸ ਜਗ੍ਹਾ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ। ਜਦੋਂ ਵੀ ਅਸੀਂ ਸਟੱਡੀ ਅਬਰੋਡ ਬਾਰੇ ਗੱਲ ਕਰਦੇ ਹਾਂ ਤਾਂ ਮੇਨ ਜਿਹੜਾ ਕੰਸਰਨ ਰਹਿੰਦਾ ਕਿਸੇ ਵੀ ਸਟੂਡੈਂਟ ਦਾ, ਮੇਰੇ ਹਿਸਾਬ ਨਾਲ ਸਟੂਡੈਂਟ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਕਿੱਥੇ ਦਾ ਕਲਚਰਲ ਸਟੂਡੈਂਟ ਅਡੈਪਟ ਕਰ ਪਾਏਗਾ, ਕਿੱਥੇ ਦੀ ਯੂਨੀਵਰਸਿਟੀ ਉਹਦੇ ਪ੍ਰੋਫਾਈਲ ਨਾਲ ਜ਼ਿਆਦਾ ਸੂਟੇਬਲ ਰਹੇਗੀ। ਫੋਰ ਐਗਜ਼ਾਮਪਲ, ਬੱਚਾ ਜੇ ਕਾਮਰਸ ਬੈਕਗਰਾਊਂਡ ਦਾ ਹੈ, ਉਹਨੂੰ ਦੇਖਣਾ ਚਾਹੀਦਾ ਹੈ ਕਿ ਮੈਂ ਉਸ ਕਾਲਜਿਸ 'ਚ ਅਪਲਾਈ ਕਰਾਂ ਜਿੱਥੇ ਦੇ ਪ੍ਰੋਫੈਸਰਸ ਕਾਮਰਸ 'ਚ ਮੈਨੂੰ ਜ਼ਿਆਦਾ ਵਧੀਆ ਗਾਈਡ ਕਰ ਸਕਦੇ ਆ। ਉਸ ਯੂਨੀਵਰਸਿਟੀਜ਼ ਜਾਂ ਕਾਲਜਿਸ 'ਚ ਅਪਲਾਈ ਕਰੋ ਜਿੱਥੇ ਦੀ ਕਾਮਰਸ ਦੀ ਜਿਹੜੀ ਸਟਰੀਮ ਹੈ ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਸੋ ਪ੍ਰਭੁਲ, ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿਉਂਕਿ ਅੱਜਕੱਲ PT ਬਹੁਤ ਫੇਵਰਿਟ ਟੈਸਟ ਹੁੰਦਾ ਜਾ ਰਿਹਾ ਔਰ ਬਹੁਤ ਸਾਰੇ ਜਿਹੜੇ ਕੈਰੀਅਰ ਕਾਉਂਸਲਰਸ ਨੇ ਉਹ ਵੀ ਰეკਮੈਂਡ ਕਰਦੇ ਨੇ। ਕਿਉਂ ਇੰਨੀ ਜ਼ਿਆਦਾ ਪਸੰਦ ਸਟੂਡੈਂਟਸ ਨੂੰ ਆ ਰਿਹਾ ਹੈ ਇਹ PT ਟੈਸਟ? Thank you for the question. तो PT आज एक प्रिफर्ड चॉइस है विद इन अमंग्स टेस्ट टेकर्स और इसके पीछे बहुत सारे रीजंस है। सबसे पहला रीजन तो ये है कि आपको टेस्ट स्कोर जो होता है वो 2 दिन में मिल जाता है। और आजकल अगर आप देखेंगे कि जिस तरीके से एप्लीकेशन डिलेज हो रहे हैं, ये स्टूडेंट्स के लिए बहुत ही बेनिफिशियल है। 2 दिन में स्कोर मिल जाता है और 2 दिन के वो इमीडिएटली अपने वीजा एप्लीकेशन प्रोसेसेस के लिए शुरू कर सकते हैं। दूसरी चीज ये है कि PT स्कोर जो है ये 2 घंटे का टेस्ट है। PT तो इमीडिएटली आप जाइए और ये सारे चारों स्किल्स एक साथ एक ही सिटिंग में टेस्ट कर लेता है। बिकॉज इट्स एन AI बेस्ड टेस्ट, आप 24 आवर्स के अंदर बुकिंग भी कर सकते हैं, तो आपके पास 365 डेज डेट्स अवेलेबल है, तो आपको रुकने की जरूरत नहीं है जी। और एक बड़ी बात यह है कि द स्कोर इज एक्सेप्टेड बाय 3500 यूनिवर्सिटीज। 3500 यूनिवर्सिटीज वर्ल्ड वाइड इसे एक्सेप्ट करते हैं। और ये कंप्यूटर बेस्ड टेस्ट आप किसी भी 475 सेंटर्स वर्ल्ड वाइड जाके दे सकते हैं। जैसे मैंने कहा कि आप विद इन 24 आवर्स आप बुकिंग कर सकते हैं एंड आप 365 डेज कभी भी जाके टेस्ट दे सकते हैं। और एक बेनिफिट ये है कि आप PT के साथ आपको बहुत सारे प्रैक्टिस मटेरियल मिलता है, स्कोर प्रैक्टिस टेस्ट, फ्री मटेरियल मिलता है जो आप यूज कर सकते हैं और टेस्ट में स्कोर अच्छा कर सकते हैं जी। ओके प्रभुल, ਕਿਹੜੇ डिफरेंट मॉड्यूल्स ने PT ਦੇ और कितना इंपॉर्टेंट है टू स्कोर वेल इन ऑल द मॉड्यूल्स? देखिए, PT जो है सारे स्किल्स इवैल्यूएट करता है, रीडिंग, स्पीकिंग, लिसनिंग, राइटिंग।
यूनिवर्सिटीज और एडमिशन प्रोसेसेस के लिए आपको एक मिनिमम स्कोर चाहिए होता है, वो हर एक यूनिवर्सिटी और हर एक एडमिशन प्रोसेसेस का डिफरेंट होता है। तो इट इज इंपॉर्टेंट कि आप, पहली बात तो है कि आप अच्छा स्कोर करें सारे लेवल्स के अंदर, विच इज इंपॉर्टेंट, सो दैट आपको एडमिशन प्रोसेसेस के अंदर ईज मिले। पहली चीज वो। दूसरी चीज ये होती है, जितना अच्छा आप स्कोर करेंगे उतनी आपकी कॉम्पिटेंस के बारे में पता लगता है। अगर आप स्पीकिंग और लिसनिंग में अच्छा स्कोर करते हैं तो इसका मतलब आप कॉम्प्लेक्स डिस्कशंस कर सकते हैं, आप एक कॉम्प्रिहेंसिव कॉन्वर्सेशन चला सकते हैं। और अगर आप राइटिंग और रीडिंग के अंदर अच्छा स्कोर करते हैं तो इसका मतलब आप और भी कॉम्प्लेक्स टेक्स्ट को रीड कर सकते हैं, समझ सकते हैं। तो इस रीजन की वजह से इट इज एक्सट्रीमली इंपॉर्टेंट कि आप सारे स्किल्स के अंदर अच्छा स्कोर करें और कॉम्प्रिहेंसिवली स्कोर करें। ਓਕੇ ਸੋ ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਤੁਸੀਂ ਦੱਸਿਆ ਕਿ ਮੋਡਿਊਲਸ ਨੇ ਅਲੱਗ-ਅਲੱਗ, ਹਰ ਇੱਕ ਵਿੱਚ ਸਕੋਰ ਕਰਨਾ ਇਜ਼ ਵੈਰੀ ਇੰਪੋਰਟੈਂਟ, ਸੋ ਕੋਈ ਸਟ੍ਰੈਟਜੀ, ਕੋਈ ਟਿਪਸ ਦਿਓਗੇ ਕਿ ਕਿਸ ਤਰ੍ਹਾਂ ਦੇ ਨਾਲ प्रिपरेशन की जाए? तो मैं आपसे ये कहूंगा कि तो आप बेस्ट यही रहेगा कि इंग्लिश एक स्किल जो है वो कंटिन्यूसली आपको इंप्रूव करना पड़ेगा। आप वीडियोस देखिए, इंग्लिश वीडियोस, जिससे आपकी लिसनिंग स्किल्स इंप्रूव हों। मैं भी ये भी सजेस्ट करूंगा कि आप इंग्लिश डेलीज रीड करें, न्यूज़पेपर्स रीड करें, जिससे आपकी रीडिंग स्किल्स भी इंप्रूव हो। बेयर इन माइंड, ये आप जो कंटिन्यूस प्रैक्टिस कर रहे हैं उसके साथ होना चाहिए, सो दिस इज एन एडिशन टू दैट। दूसरी मेजर चीज मैं ये कहूंगा कि मेमोराइज करके टेस्ट को देने की कोशिश ना करें, बिकॉज टेम्पलेटाइजेशन पीटी में नहीं चलता है, हमारे मशीन्स इसको पकड़ लेते हैं। तो मैं ये कहूंगा कि प्रैक्टिस करिए, रेगुलर प्रैक्टिस करिए, स्कोर प्रैक्टिस टेस्ट हमारे यूज करिए, हमारे फ्री प्रिपरेशन मटेरियल यूज करिए। उसके साथ साथ ये नॉर्मली जो डे इन डे आउट जो आप रेगुलर वर्क करते हैं, जैसे वीडियोस देखना, न्यूज़पेपर डिलीज पढ़ना, ये सब कुछ आपको बेनिफिशियल रहेगा। ओके, ਸੋ ਸਾਡੇ ਨਾਲ ਕੁਝ ਕਾਲਰਸ ਵੀ ਜੁੜ ਰਹੇ ਨੇ, ਅਸੀਂ ਦੇਖਦੇ ਹਾਂ ਕਿ ਕੌਣ ਸਾਨੂੰ ਕਾਲ ਕਰ ਰਿਹਾ, ਕੀ ਕੁਝ ਉਹਨਾਂ ਦੇ ਸਵਾਲ ਨੇ। ਸੋ ਸਾਡੇ ਨਾਲ ਕੁਝ ਕਾਲਰਸ ਜੁੜ ਰਹੇ ਨੇ, ਦੇਖਦੇ ਹਾਂ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ। ਸੋ ਸਭ ਤੋਂ ਪਹਿਲਾਂ ਕੌਣ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨ ਬੋਲ ਰਹੀ ਹਾਂ ਬਠਿੰਡਾ ਤੋਂ। ਜੀ ਜੀ ਸਿਮਰਨ, ਆਪਣਾ ਸਵਾਲ ਪੁੱਛੋ। ਜੀ ਜੀ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸਟਰੋਂਗ ਵੀਜ਼ਾ ਐਪਲੀਕੇਸ਼ਨ ਲਗਾਉਣ ਵਾਸਤੇ ਸਾਨੂੰ ਕਿਹੜੇ ਡਾਕੂਮੈਂਟਸ ਜ਼ਰੂਰੀ ਹੋਣਗੇ ਅਤੇ ਕਿਹੜੇ ਪ੍ਰੂਫ ਲਗਾਉਣੇ ਪੈਣਗੇ? जी बिल्कुल, मेघा ਤੁਸੀਂ ਜਵਾਬ ਦੇਣਾ ਚਾਹੋਗੇ? ਵੈਲ, ਜਿੱਥੇ ਤੱਕ ਡਾਕੂਮੈਂਟਸ ਦੀ ਗੱਲ ਹੈ, ਮੈਂ ਸਟੂਡੈਂਟ ਨੂੰ ਸੁਜੈਸਟ ਕਰਨਾ ਚਾਹਾਂਗੀ ਕਿ ਸਾਰੇ ਅਕੈਡਮਿਕ ਡਾਕੂਮੈਂਟਸ ਜਿਹੜੇ ਵੀ ਉਹਨਾਂ ਨੇ ਸਟੱਡੀ ਕੀਤੀ ਹੈ ਉਸ ਦੇ ਨਾਲ ਰਿਲੇਟਡ ਸਾਰੇ ਡਾਕੂਮੈਂਟਸ ਬੱਚੇ ਦੇ ਆਥੈਂਟਿਕ ਹੋਣ। ਆਥੈਂਟਿਕ ਪਾਸਪੋਰਟ ਉਹਨਾਂ ਦਾ ਬਹੁਤ ਜ਼ਿਆਦਾ ਮੈਂਡੇਟ ਹੈ, ਰਿਕੁਆਇਰਡ ਹੈ। ਪਾਸਪੋਰਟ ਸਾਈਜ਼ ਦੀ ਫੋਟੋਗ੍ਰਾਫਸ ਉਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ। ਸਟੇਟਮੈਂਟ ਆਫ ਪਰਪਸ ਹੈ, ਲੈਟਰ ਆਫ ਰეკਮੈਂਡੇਸ਼ਨ, ਸਾਰਾ ਐਪਲੀਕੇਸ਼ਨ ਪ੍ਰੋਸੈਸ ਜਿੱਦਾਂ ਵੀ ਉਹਨਾਂ ਨੇ ਸਟੇਜ ਵਾਈਜ਼ ਉਹਨੂੰ ਕੰਪਲੀਟ ਕੀਤਾ ਹੈ, ਉਹ ਸਾਰੇ ਰਿਲੇਟਡ ਡਾਕੂਮੈਂਟ ਸਟੂਡੈਂਟਸ ਨੂੰ ਆਪਣੇ ਕੋਲ ਤਿਆਰ ਰੱਖਣੇ ਚਾਹੀਦੇ ਆ। ਆਈਦਰ ਆਪਾਂ ਗੱਲ ਕਰੀਏ ਚਾਹੇ ਇਹ ਸੌਫਟ ਕਾਪੀਜ਼ ਹੋਣ ਜਾਂ ਹਾਰਡ ਕਾਪੀਜ਼, ਬੱਚੇ ਨੂੰ ਦੋਨੋਂ ਤਰੀਕੇ ਨਾਲ ਇਹ ਆਪਣੇ ਨਾਲ ਪ੍ਰਿਪੇਅਰ ਰੱਖਣੇ ਚਾਹੀਦੇ ਆ। ਅਦਰ ਸਪੋਰਟਿੰਗ ਡਾਕੂਮੈਂਟਸ ਦੀ ਗੱਲ ਕਰਾਂਗੇ, ਫਾਈਨੈਂਸ਼ੀਅਲ ਡਾਕੂਮੈਂਟਸ ਦੀ, ਜਿੱਦਾਂ ਕਿ ਤੁਹਾਡਾ ਟਰੈਵਲ ਪਲਾਨ ਕੀ ਹੈ, ਤੁਹਾਡੇ ਟਰੈਵਲ ਨਾਲ ਕਿਹੜੇ ਐਕਸਪੈਂਸਿਸ ਰਿਲੇਟਡ ਨੇ, ਉਹ ਵੀ ਡਿਸਕਸ ਕਰੋ ਇੱਕ ਵਾਰ ਪੇਰੈਂਟਸ ਨਾਲ, ਤੇ ਉਹਨਾਂ ਦੇ ਨਾਲ ਰਿਲੇਟਡ ਸਪੋਰਟਿੰਗ ਡਾਕੂਮੈਂਟਸ ਨੂੰ ਵੀ ਸਟੂਡੈਂਟ ਨੂੰ ਆਪਣੇ ਕੋਲ ਪ੍ਰਿਪੇਅਰ ਰੱਖਣਾ ਚਾਹੀਦਾ ਹੈ। ਜੀ, ਸੋ ਉਮੀਦ ਕਰਦੇ ਹਾਂ ਸਿਮਰਨ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲਿਆ ਹੋਵੇਗਾ, ਜਿਸ ਨਾਲ ਹੋਰ ਵੀ ਸਟੂਡੈਂਟਸ ਜਿਹੜੇ ਕਿ ਸੇਮ ਸਵਾਲ ਰੱਖਦੇ ਨੇ ਉਹਨਾਂ ਨੂੰ ਵੀ ਇਸ ਦਾ ਰਿਪਲਾਈ ਜਿਹੜਾ ਹੈ ਉਹ ਯਕੀਨਨ ਫਾਇਦੇਮੰਦ ਹੋਏਗਾ। ਸਾਡੇ ਨਾਲ ਇੱਕ ਹੋਰ ਜਿਹੜੇ ਕਾਲਰ ਜੁੜ ਚੁੱਕੇ ਨੇ, ਉਹਨਾਂ ਕੋਲ ਚੱਲਦੇ ਆ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ? ਹੈਲੋ ਮੈਮ, ਮੈਂ ਜੋਤੀ ਬੋਲ ਰਹੀ ਹਾਂ। ਜੀ ਜੋਤੀ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਜੀ ਮੈਮ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਪੀਟੀ ਟੈਸਟ ਦਿੰਦੇ ਵੇਲੇ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਜੀ, ਤੇ ਉਹਨਾਂ ਗਲਤੀਆਂ ਨੂੰ ਅਸੀਂ ਕਿਵੇਂ ਅਵੋਇਡ ਕਰ ਸਕਦੇ ਹਾਂ? जी, सो प्रभुल थोड़े तो जानना चाहेंगे। थैंक यू फॉर द क्वेश्चन ज्योति। सबसे पहले तो मैं ये एडवाइस करूंगा कि प्लीज क्वेश्चंस को, आंसर्स को मेमोराइज ना करें। हमारा जो मशीन होता है, एआई मशीन, दैट इज क्वाइट केपेबल ऑफ पिकिंग अप टेम्पलेट्स, तो मैं ये सजेस्ट करूंगा कि पहले तो आप मेमोराइज ना करें। दूसरी चीज ये है कि आप जितना ज्यादा प्रैक्टिस करेंगे उतना आपके लिए बेनिफिशियल रहेगा। और मैं ये कहूंगा कि प्रैक्टिस नॉट जस्ट डिफरेंट टाइप्स ऑफ क्वेश्चंस, अपने आप को एक टाइम लिमिट पे भी प्रैक्टिस करिएगा, बिकॉज जो टेस्ट है ये 2 घंटे का टेस्ट है। और मैं ये सजेस्ट करूंगा कि आप ये पूरा का पूरा जो आप प्रैक्टिस कर रहे हैं वो 2 घंटे के अंदर करिएगा, और सारे के सारे क्वेश्चंस को भी प्रैक्टिस करने की कोशिश करिएगा। तीसरी चीज ये है कि अगर आपको मैक्सिमम रिजल्ट्स चाहिए तो फिर जैसे मैंने पहले सजेस्ट किया, नॉट जस्ट प्रैक्टिस, उसके साथ साथ आप अपने स्पीकिंग स्किल्स को इंप्रूव करें। आप जितना ज्यादा वीडियोस देख सकते हैं उतने वीडियोस देखें, आप जितना ज्यादा पेपर पढ़ सकते हैं उतना पेपर पढ़ सकें, ताकि आपको एक कॉम्प्रिहेंसिव नॉलेज और अंडरस्टैंडिंग हो, और आपका एक स्किल जो है, इंग्लिश लैंग्वेज जो स्किल जो है वो कॉम्प्रिहेंसिवली इंप्रूव हो, ना कि इन बिट्स एंड पीसेस। तो मैं ये 4 या 5 नुस्खे आपको सजेस्ट करूंगा। जी,
ਥੈਂਕ ਯੂ ਜੋਤੀ, ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲਿਆ ਹੋਵੇਗਾ। ਸੋ ਲਗਾਤਾਰ ਕਾਲਰ ਸਾਨੂੰ ਕਾਲ ਕਰ ਰਹੇ ਨੇ। ਇੱਕ ਹੋਰ ਕਾਲਰ ਵੀ ਜੁੜ ਚੁੱਕੇ ਨੇ ਸਾਡੇ ਨਾਲ, ਸੂਰਜਪਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਸੂਰਜ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਆ ਸੀਗਾ ਕਿ ਪੀਟੀ ਸਾਨੂੰ ਲੋਕਾਂ ਨੂੰ ਕਿਵੇਂ ਸਪੋਰਟ ਕਰਦਾ ਹੈ, ਤਾਂ ਇਹਦੇ ਵਿੱਚ ਸਿੱਖਣ ਲਈ ਸਾਨੂੰ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਪ੍ਰਭੁਲ। Thank you, Surajpal. Thank you, Surajpal, for the question. As a matter of fact, this is very close to Pearson as a company. PT is हमारी कोशिश ये रहती है कि PT जितने भी ज्यादा लोग बच्चों को टेस्ट टेकर्स को प्रोवाइड कर सके उतना प्रोवाइड कर सके। एंड एज अ कंपनी वी आर वेरी डेडिकेटेड और committed towards helping people with documented disabilities and concerns. तो सबसे पहली चीज तो आप अगर आपके पास बेस्ड ऑन एविडेंस व्हाट यू कैन डू इज, जैसे PTA इज अ 2 hour टेस्ट, आपको 25% एक्स्ट्रा टाइम दिया जाएगा। पहली चीज वो। दूसरी चीज आपको एक सेपरेट क्वाइट साइलेंट रूम दिया जाएगा जिसके अंदर आपको कंफर्टेबली आप टेस्ट दे सकते हैं। तीसरी चीज ये है कि इवन दो टेस्ट में जनरली हम लोग ब्रेक्स अलाउ नहीं करते हैं, फॉर स्पेशल नीड्स हम लोग आपको ब्रेक्स भी अलाउ कर सकते हैं। ऑल दीज केसेस आर टेकन, ऑल दीज सिचुएशंस आर टेकन ऑन अ केस बाय केस बेसिस। अगर आपके पास डॉक्यूमेंटेड एविडेंसेस एंड थिंग्स लाइक दैट है तो फिर हमारी टीम जो है आपको कंप्लीटली सपोर्ट करेगी किस तरीके से आप जाके टेस्ट ले सकते हैं, कौन से डे पे ले सकते हैं। दे विल हेल्प यू आउट एंड दे विल हेल्प यू बुक द राइट काइंड ऑफ टेस्ट। आई होप दैट आंसर्स योर क्वेश्चन सूरजपाल। ਜੀ ਸੂਰਜ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਔਰ ਉਮੀਦ ਕਰਦੇ ਹਾਂ ਕਿ ਬੜਾ ਇੰਪੋਰਟੈਂਟ ਇਹ ਸਵਾਲ ਸੀ। ਇਹ तमाम ਸਟੂਡੈਂਟਸ ਨੂੰ ਇਸ ਦੇ ਨਾਲ ਫਾਇਦਾ ਜ਼ਰੂਰ ਪਹੁੰਚੇਗਾ। ਅਗਲੇ ਕਾਲਰ ਨਾਲ ਵੀ ਗੱਲ ਕਰ ਲੈਂਦੇ ਹਾਂ, ਦੇਖਦੇ ਹਾਂ ਕੌਣ ਹੈ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਕੁਲਦੀਪ, ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ ਮੈਮ, ਮੇਰਾ ਕੁਐਸਚਨ ਆ ਹੈ ਕਿ ਅਗਰ ਅਸੀਂ ਬਾਹਰ ਜਾਂਦੇ ਹਾਂ ਜਿਵੇਂ ਕਿ ਪੜ੍ਹਨ ਲਈ, ਤਾਂ ਸਾਡੇ ਕੋਲ ਕੀ ਆਪਸ਼ਨ ਨੇ ਉੱਥੇ ਵਰਕ ਐਕਸਪੀਰੀਅੰਸ ਔਰ ਮੀਨਸ ਜੌਬ ਕਰਨ ਲਈ, ਮੀਨਸ ਕਿਹੜੇ ਆਪਸ਼ਨ ਨੇ ਦੱਸ ਸਕਦੇ ਹੋ ਜੀ? ਜੀ ਮੇਘਾ। ਜਿੱਥੇ ਤੱਕ ਵਰਕ ਟਾਈਮ ਦੀ ਗੱਲ ਮੈਂ ਕਰਾਂਗੀ, ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸਾਰੇ ਡੈਸਟੀਨੇਸ਼ਨ ਜੋ ਕਿ ਸਟੂਡੈਂਟਸ ਦੇ ਫੇਵਰੇਟ ਰਹੇ ਆ, ਜਿੱਦਾਂ ਕਿ ਕੈਨੇਡਾ, UK, US, ਆਸਟ੍ਰੇਲੀਆ, ਇਹਨਾਂ ਨੇ ਇੱਕ ਪਾਰਟਿਕੂਲਰ ਟਾਈਮ ਫਿਕਸ ਕੀਤਾ ਹੋਇਆ ਕਿ ਸਟੂਡੈਂਟ ਇਸ ਟਾਈਮ ਲਿਮਿਟ ਤੋਂ ਬਾਹਰ ਜਾ ਕੇ ਉੱਥੇ ਕੰਮ ਨਹੀਂ ਕਰ ਸਕਦਾ। ਐਂਡ ਦੈਟ ਪਾਰਟਿਕੂਲਰ ਲਿਮਿਟ ਇਜ਼ 20 hours ਪਰ ਵੀਕ। ਜੇ ਆਪਾਂ ਗੱਲ ਕਰੀਏ, ਇਸ ਲਿਮਿਟ ਨੂੰ ਇਸ ਵਾਸਤੇ ਸੈੱਟ ਕੀਤਾ ਗਿਆ ਕਿ ਸਟੂਡੈਂਟ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰਦੇ ਹੋਏ ਆਪਣੀ ਸਟੱਡੀਜ਼ ਤੇ ਵੀ ਓਨਾ ਹੀ ਧਿਆਨ ਦੇਵੇ ਜਿਸ ਵਾਸਤੇ ਉਹ ਬਾਹਰ ਗਿਆ ਹੈ ਆਪਣੀ ਫੈਮਿਲੀ ਤੋਂ ਦੂਰ। 20 hours ਇਜ਼ ਦ ਟਾਈਮ ਲਿਮਿਟ ਜਿਹੜੇ ਕਿ ਗਵਰਨਮੈਂਟ ਨੇ ਡਿਸਾਈਡ ਕੀਤੀ ਹੋਈ ਹੈ। ਐਂਡ ਆਈ ਗੈਸ ਵੀ ਆਲਸੋ ਫੀਲ ਲਾਈਕ ਕਿ ਸਟੂਡੈਂਟਸ ਲਈ ਇੰਨਾ ਕੰਮ ਕਰਨਾ ਇੱਕ ਤਰੀਕੇ ਨਾਲ ਬਹੁਤ ਜ਼ਿਆਦਾ ਹੀ ਜਾਇਜ਼ ਹੈ, ਕਿਉਂਕਿ ਸਟੂਡੈਂਟ ਇਹ ਵੀ ਚਾਹੁੰਦਾ ਹੈ ਕਿ ਮੈਂ ਉੱਥੇ ਜਾਵਾਂ, ਇੰਟਰਨੈਸ਼ਨਲ ਯੂਨੀਵਰਸਿਟੀਜ਼ ਵਿੱਚ ਪੜ੍ਹਾਂ, ਇੰਟਰਨੈਸ਼ਨਲ ਕਾਲਜਿਸ ਵਿੱਚ ਪੜ੍ਹਾਂ, ਲੇਕਿਨ ਉਸ ਦੇ ਨਾਲ ਨਾਲ ਉਹਨੂੰ ਇੱਕ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਸ ਵਾਸਤੇ ਡੈਸਟੀਨੇਸ਼ਨਸ ਨੇ ਵੀ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ 20 hours ਦੀ ਲਿਮਿਟ ਸਟੂਡੈਂਟਸ ਵਾਸਤੇ ਸੈੱਟ ਕੀਤੀ ਹੋਈ ਹੈ। ਪ੍ਰਭੁਲ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਬੜੀ ਅਹਿਮ ਇਨਫੋਰਮੇਸ਼ਨ ਦਿੱਤੀ ਹੈ ਸਾਡੇ ਵਿਊਅਰਸ ਨੂੰ। ਸੋ ਤੁਸੀਂ ਦੱਸ ਸਕਦੇ ਹੋ ਸਾਰੇ ਵਿਊਅਰਸ ਨੂੰ ਕਿ ਕਿੱਥੇ ਰਿਲਾਇਬਲ ਰਿਸੋਰਸਿਸ ਐਂਡ ਸਪੋਰਟ ਜਿਹੜੀ PTE ਦੀ ਜਰਨੀ ਹੈ ਉਹ ਉਹਨਾਂ ਨੂੰ ਅਵੇलेबल होएगी? थैंक यू। देखिए, बहुत सारे ऑप्शंस अवेलेबल हैं आपके पास। हम लोग अगर आप चाहें तो फिर आप www.pearsonpt.com पे जाके बहुत सारे रिसोर्सेज और बहुत सारे मटेरियल्स एक्सेस कर सकते हैं। सबसे पहला तो PTE का एक ऐप आता है जो फ्री इज फ्री ऑन iOS, तो फिर आप उसको डाउनलोड कर सकते हैं। उसके अंदर बहुत सारे क्वेश्चंस अवेलेबल हैं, 20 प्रैक्टिस क्वेश्चंस अवेलेबल हैं जो आप ऑफलाइन भी कर सकते हैं। दूसरी चीज है कि आप अगर, जैसे मैंने कहा, अगर आप www.pearsonpt.com पे जाएंगे तो फिर आपको वहाँ पे स्कोर्ड प्रैक्टिस टेस्ट, फ्री मटेरियल्स, ये सब चीजें मिलेगी। स्कोर्ड प्रैक्टिस टेस्ट मैं कहूँगा कि एक काफी जरूरी प्लेटफॉर्म है जिसके बिकॉज वो एक रियल टेस्ट को सिमुलेट करता है। तो मैं ये सजेस्ट करूंगा बिल्कुल कि स्कोर प्रैक्टिस टेस्ट करें। साथ में हम लोग टेस्ट टिप्स प्रोवाइड करते हैं। वी हैव टेस्ट टिप्स न्यूज़लेटर जिसको आप सब्सक्राइब कर सकते हैं, उससे आपको बहुत सारी इंफॉर्मेशन भी मिल सकती है। और तीसरी चीज ये है कि आप एक स्टडी प्लानर करके भी कुछ चूज कर सकते हैं जिसके अंदर आप इमीडिएटली डिसाइड कर सकते हैं कि किस तरीके से आपको एक टेस्ट को अप्रोच करना चाहिए। यू कैन ब्रेक डाउन योर रिसोर्सेज, यू कैन ब्रेक डाउन योर मटेरियल्स, यू कैन completely plan in terms of how you should approach your test day. Okay. So मेघा, क्योंकि बहुत सारे स्टूडेंट्स हर साल अप्लाई करते ने बाहर जाने के लिए वीज़ा अप्लाई करते ने, सो कुछ खास एडवाइस उन्होंने देना चाहो या कोई खास टिप्स ਜਿਹੜੇ ਉਹ ਫੋਲੋ ਕਰਨ?
ਵੈਲ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਕੁਐਸਚਨ ਜੋ ਕਿ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਟੂਡੈਂਟ ਦੇ ਦਿਮਾਗ 'ਚ ਹੋਏਗਾ ਜੀ। ਜਿੱਥੇ ਤੱਕ ਐਡਵਾਈਸ ਦੀ ਗੱਲ ਹੈ, ਮੈਂ ਸਾਰੇ ਸਟੂਡੈਂਟਸ ਨੂੰ ਇੱਕ ਹੀ ਚੀਜ਼ ਕਹਿਣਾ ਚਾਹਾਂਗੀ ਕਿ ਇੱਕ ਵਾਰ ਪੇਰੈਂਟਸ ਨਾਲ ਬੈਠ ਕੇ ਡਿਸਕਸ ਕਰੋ ਕਿ ਓਰੀਜਨਲੀ ਇਜ਼ ਇਟ ਰਿਕੁਆਇਰਡ ਫॉर ਯੂ ਔਰ ਨਾਟ। ਦੂਸਰਾ, ਜੇ ਇਫ ਇਟ ਇਜ਼ ਰਿਕੁਆਇਰਡ, ਯੂ ਹੈਵ ਅਬਿਲਿਟੀ ਐਂਡ ਯੂ ਸੀਰੀਅਸਲੀ ਵਾਂਟਡ ਟੂ ਗੋ ਓਵਰ ਦੇयर, ਇੱਕ ਵਾਰ ਪੇਰੈਂਟਸ ਨਾਲ ਬੈਠ ਕੇ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਵੀ ਡਿਸਕਸ ਕਰੋ। ਸਾਨੂੰ ਕਦੀ ਵੀ ਇਸ ਚੀਜ਼ ਨੂੰ ਭੇਡ ਚਾਲ ਨਾਲ ਨਾ ਅਪਣਾਓ ਕਿ ਜੇ ਮੇਰਾ ਇੱਕ ਫਰੈਂਡ ਗਿਆ ਹੈ ਜਾਂ ਮੇਰਾ ਕਜ਼ਨ ਗਿਆ ਹੈ ਤੇ ਮੈਂ ਵੀ ਬਾਹਰ ਜਾਣਾ ਚਾਹਾਂਗਾ। ਨਹੀਂ, ਇੱਕ ਵਾਰ ਪੇਰੈਂਟਸ ਨਾਲ ਬੈਠ ਕੇ ਡਿਸਕਸ ਕਰੋ ਕਿ ਸਾਡੇ ਘਰ ਦੀ ਕੀ ਕੰਡੀਸ਼ਨ ਹੈ, ਸਾਡੇ ਕਿਹੜੇ ਇੱਦਾਂ ਦੇ ਰਿਸੋਰਸਿਸ ਹੈ ਜਿਹਨੂੰ ਜੇ ਮੈਂ ਸਾਈਡ 'ਚ ਯੂਜ਼ ਵੀ ਕਰਦਾ ਆਪਣੀ ਇੰਡੀਪੈਂਡੈਂਸ ਲਈ ਜਾਂ ਫਿਰ ਆਪਣੇ ਆਪ ਨੂੰ ਇੱਕ ਕਰੀਅਰ ਸਟੇਬਿਲਿਟੀ ਦੇਣ ਵਾਸਤੇ, ਕਿ ਉਸ ਦੇ ਨਾਲ ਸਾਡੀ ਫੈਮਿਲੀ 'ਤੇ ਨਹੀਂ ਇਫੈਕਟ ਹੋਏਗੀ। ਫਾਈਨੈਂਸ਼ੀਅਲ ਆਪਸ਼ਨਸ ਇੱਕ ਵਾਰ ਪੇਰੈਂਟਸ ਨਾਲ ਬੈਠ ਕੇ ਡਿਸਕਸ ਕਰਨਾ ਕਿਸੇ ਵੀ ਸਟੂਡੈਂਟ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਕਿਸੇ ਇੱਕ ਪਾਰਟਿਕੂਲਰ ਰਿਸੋਰਸ ਨੂੰ ਛੇੜ ਵੀ ਰਹੇ ਹੋ ਆਪਣੀ ਕਰੀਅਰ ਸਟੇਬਿਲਿਟੀ ਵਾਸਤੇ, ਉਸ ਨੂੰ ਦੁਬਾਰਾ ਉੱਥੇ ਲੈ ਕੇ ਆਣਾ ਪੇਰੈਂਟਸ ਦੇ ਨਾਲ ਇਜ਼ ਦਾ ਅਨਦਰ ਬਿਗ ਟਾਸਕ, ਜੋ ਆਈ ਥਿੰਕ ਮੇਰੇ ਹਿਸਾਬ ਨਾਲ ਸਟੂਡੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇੱਕ ਰਿਸੋਰਸ ਨੂੰ ਯੂਜ਼ ਕੀਤਾ ਹੈ ਜਸਟ ਫॉर ਅ ਟਾਈਮ ਬੀ ਆਫ ਅਰਾਊਂਡ 10 years, ਲੇਕਿਨ ਦੁਬਾਰਾ ਉਸ ਰਿਸੋਰਸ ਨੂੰ ਉੱਥੇ ਹੀ ਲੈ ਕੇ ਆਣਾ is the another big task। ਬਿਲਕੁਲ, ਕਿਉਂਕਿ ਤੁਹਾਡਾ ਗੋਲ ਕੀ ਹੈ ਅਲਟੀਮੇਟ, ਇਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਅਚੀਵ ਕੀ ਕਰਨਾ ਚਾਹੁੰਦੇ ਹਾਂ ਅਸੀਂ ਆਪਣੀ ਲਾਈਫ 'ਚ ਅੱਗੇ ਵਧਣ ਦੇ ਲਈ। ਸੋ ਪ੍ਰਭੁਲ, ਤੁਸੀਂ ਕੁਝ ਖਾਸ ਟਿप्स, ਕੁਝ ਖਾਸ एडवाइस ਸਾਡੇ व्यूअर्स ਨੂੰ देना चाहोगे? देखिए, मेरा फाइनल एडवाइस यही रहेगा कि पहली बात तो ये है कि टेस्ट से अपने आप को फेमिलियराइज करिए, समझिए कि टेस्ट प्रैक्टिस करिए, समझिए कि टेस्ट 2 घंटे का होता है और अपने आप को वैसे प्रैक्टिस करिए। जो ऑफिशियल पीटी एकेडमिक प्रिपरेशन एप्स हैं उसको यूज करिए, समझिए कि आप किस तरीके से ट्रेनिंग कर सकते हैं। सोशल मीडिया चैनल्स को हमारे फॉलो करिए, साथ में जो हमारा www.pearsonpte.com है उस पे जाइए, देखिए कि कौन से रिसोर्सेज अवेलेबल हैं। तीसरी चीज ये है कि प्रैक्टिस करिए, स्टे काम एंड आई गेस पीटी कर बेफिक्र। ਥੈਂਕ ਯੂ ਸੋ ਮਚ ਪ੍ਰਭੁਲ ਔਰ ਮੇਘਾ, ਥੈਂਕ ਯੂ ਸੋ ਮਚ। ਲਓ ਜੀ, PTE ਦੇ ਆਫੀਸ਼ੀਅਲ ਚੈਨਲ ਤੇ ਜਾਓ ਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਇੱਕ ਖਾਸ ਵੀਡੀਓ ਵੀ ਦੇਖੋ। Hey guys, Aditi Sharma here, and today I'll be taking you to the Pearson VUE Test Center and showcase you the entire process of taking the Pearson Test of English. I know it's an important day in the study, life, work abroad journey, and you're bound to get a little nervous. However, the Pearson Test of English is designed to be a worry-free, breezy experience, allowing you to perform your best without any jitters. To ensure that you're all set, here's a little checklist before you leave your home. Check that your name on the application matches your valid passport. Double check the date, time, and location before you leave for the test center. Plan to arrive at least 30 minutes before the test to check in securely and avoid the last minute rush. All you have to do is carry a valid passport and a positive mindset. Now let's head to the test center and experience what's it all about. Arriving early and checking in smoothly keeps your nerves down and helps you take the test with a calm mind. The Pearson Test of English is about every little detail you can think of to keep you at ease and help your English skills shine through. Let's go. So the first thing that they do is give you a warm welcome at the test center. They are here to guide you through the check-in and make sure you're all comfortable and set for the test. First, they ensure security by confirming your identity. Your valid passport is mandatory to take the test, so that's the only physical ID that you require. So ensure that you bring it to the center and always keep it with you. You have to sign and agree to the test taker's agreement, and after accepting the rules and regulations, you have to do a palm vein scan. It's a fast, secure, non-intrusive step just to confirm your identity. It's all very high-tech and super cool. Please note, if you have a hand injury that prevents the palm vein scan, please get in touch with your customer care before booking your test. Or if you already have a booking, reach out to them and let them know in advance. They might reschedule your test or give you further instructions as per your case. And now, to complete our check-in process, the administrator will quickly capture a photo which will then be printed on your test result to ensure that your results are as secure as a vault. Before we head into the test room, we've got to part ways with our personal items. In case you have plans after the test or you're coming from your workplace,
don't fret. We've got these lockers to keep our stuff safe and secure. All personal belongings such as watches, wallets, phones and other smart devices must be turned off and stored in a locker outside the testing room to maintain a secure testing environment. It's time to enter the test room and ensure you're not carrying anything prohibited inside the room. There will be a physical check. Guys, this part is exciting. The administrators here have a respectful way of conducting physical checks. It's all about maintaining your comfort and dignity, so there is nothing for you to worry about. See, it's all self-guided. You follow their instructions to show that you're not carrying anything prohibited, like a little game of Simon Says. If you wear glasses, you must place them on their desk to get them inspected without physical contact. Alright, here we are at our cozy little booth. It's got everything we need. A computer, a keyboard, an audio headset, and even an erasable booklet with 2 pens. And guess what? It's a QWERTY keyboard, just like one at home. Just a little reminder for you all. During this 2-hour test, we'll sail through 4 sections: reading, writing, listening, and speaking to assess your English skills. Don't worry about the others around you. The microphones are super smart and only pick up your voice during the speaking section. So, keep your cool and let your talents shine through in each section. Remember, it's all about enjoying the journey and learning along the way. And hey, remember, you're not alone in this. A friendly invigilator keeps an eye on things to ensure everything runs smoothly. Don't hesitate to raise your hand if you feel like you're in a pickle or need assistance. It's like having a helpful friend right there for you. And just like that, we've reached the finish line, folks. When you're done, all you have to do is raise your hand and the invigilator will come over to assist you in exiting the test room. See, it's as simple as that. Now let's collect our items from the safe locker and step out into the sunshine with the satisfaction of a job well done. So there you have it, folks, easy as a pie. Pearson VUE test centers make your whole process easy as a breeze from the moment you step in till you walk out with a smile. Pearson VUE is dedicated to making your exam day worry-free and straightforward. Typically, you can get your test results within 48 hours. So now you can get back to the things that actually need your attention. Take care and keep shining. ਉਮੀਦ ਕਰਦੇ ਹਾਂ ਕਿ ਸਾਡੇ ਅੱਜ ਇਸ ਖਾਸ ਐਪੀਸੋਡ ਦੇ ਵਿੱਚ ਸਾਡੇ ਵਿਊਅਰਸ ਜਿਹੜੇ ਵੀ ਸਾਡੇ ਇਹ ਪ੍ਰੋਗਰਾਮ ਨੂੰ ਦੇਖ ਰਹੇ ਨੇ, ਇਸ ਐਪੀਸੋਡ ਨੂੰ ਦੇਖ ਰਹੇ ਨੇ, ਉਹਨਾਂ ਦੇ तमाम ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲੇ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਟਿਪਸ ਨੂੰ ਫੋਲੋ ਕਰਦੇ ਹੋਏ ਉਹ ਆਪਣੇ ਸੁਪਨਿਆਂ ਨੂੰ ਜ਼ਰੂਰ ਸਾਕਾਰ ਕਰਨਗੇ। ਫਿਲਹਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ।